ਅੱਛਾ ਗੱਲ ਸੁਣਾ ਰਿਹਾ ਸੀ ਪੀਰਾਂ ਦੀ, ਤੇ ਉਹ ਪੀਰ ਸਾਹਿਬ ਕਹਿੰਦੇ ਜੀ ਕਿ ਜਦੋਂ ਗੁੱਸਾ ਆਇਆ ਹੋਵੇ ਨਾ ਤੇ ਫਿਰ ਕਿਸੇ ਨੂੰ ਸਲਾਮ ਵੀ ਨਹੀਂ ਕਰਨਾ ਚਾਹੀਦਾ। ਮੈਂ ਕਿਹਾ ਜੀ ਠੀਕ ਹੈ ਪੀਰ ਸਾਹਿਬ, ਤੁਸੀਂ ਕਿਹਾ ਤਾਂ ਅਸੀਂ ਨਹੀਂ ਕਰਨਾ ਸਲਾਮ ਕਿਸੇ ਨੂੰ। ਅੱਛਾ ਤਾਂ ਜੇ ਸੁਬਹ ਦਾ ਆਇਆ ਨਾ ਮੈਂ ਘਰੋਂ ਨਿਕਲਣ ਲੱਗੇ ਸਲਾਮ ਕੀਤਾ ਤੇ ਨਾ ਮੈਂ ਇੱਥੇ ਆਇਆ ਕਿਸੇ ਨੂੰ। ਆ ਵੇਖੀ ਹੁਣ ਭਲਾ ਕਹਿੰਦੇ ਕਿ ਨਹੀਂ ਕਹਿੰਦੇ ਮਲਕ ਸਾਹਿਬ ਆ ਗਏ। ਆ ਵੇ ਸਲਾਮ ਕਹਿਤੀ ਨਾ ਯਾਰ ਤੁਸੀਂ ਆਏ ਆ, ਮੈਂ ਕੁਝ ਕਿਹਾ ਤਾਂ ਨਹੀਂ, ਆਵਾਜ਼ ਤੇ ਨਹੀਂ ਦਿੱਤੀ ਵੀ ਤੁਸੀਂ ਸਲਾਮ ਲੈਣੀ ਆ ਕੇ। ਕੈਮਰਾ ਆਨਲਾਈਨ ਚੱਲ ਰਿਹਾ, ਕੋਈ ਵਿੱਚ ਸਕਿਪ ਨਹੀਂ ਹੋਣਾ, ਕੋਈ ਕੁਝ ਨਹੀਂ ਹੋਣਾ। ਤੁਸੀਂ ਆਉਂਦਿਆਂ ਸਲਾਮ ਨਹੀਂ ਲਈ, ਮੈਨੂੰ ਤੁਹਾਡੇ ਤੇ ਗੁੱਸਾ। ਮੈਂ ਤਾਂ ਤੁਹਾਨੂੰ ਦੱਸ ਰਿਹਾ ਸਰ ਦੇਖੋ ਹੁਣ ਪੀਰਾਂ ਦੀ ਮੰਨੀਏ ਕਿ ਤੁਹਾਡੀ ਮੰਨੀਏ। ਸਰ ਹੁਣ ਉਹ ਭਾਈ ਮੇਰੇ ਵੱਲ ਵੇਖੀ ਜਾ ਰਹੇ ਨੇ। ਪਹਿਲਾ ਕੁਛ ਯਾਰ ਤੂੰ ਹੁਣ ਹੱਸਦੇ ਆ, ਹੁਣ ਕਾਹਨੂੰ ਹੱਸਦੇ ਆ? ਅਸੀਂ ਵੀਡੀਓ ਬਣਾਉਣ ਦੇ ਸੀ ਆ ਭਾਈ ਨਾ ਸਾਡਾ ਇੱਥੋਂ ਨਾ ਅਕਸਰ ਹੀ ਅਸੀਂ ਚਮਨ ਮੁਰਗ ਪਲਾਓ। अस्सलाम वालेकुम, की हाल है वीरो? ठीक हो? उम्मीद करते हैं सारे ठीक होंगे। तुहाडे सारिਆਂ ਦਾ ਵੈਲਕਮ ਆ ਤੁਹਾਡੇ ਆਪਣੇ ਲਿਆਕਤ ਫਰੈਂਡ ਵਲੌਗ ਦੇ ਵਿੱਚ। ਤੇ ਸਭ ਤੋਂ ਪਹਿਲਾਂ ਜੀ ਦਿਨ ਅੱਜ ਹੈਗਾ ਜੀ ਮੰਗਲ। ਅੱਜ ਮੰਗਲ ਆ, ਮੰਡੇ ਵਾਲੇ ਦਿਨ ਕੀਤੀ ਸੀ ਛੁੱਟੀ। तबीयत बहुत ज़्यादा ख़राब सी ते हुण भी थोड़ी जी हाले तबीयत ठीक नहीं है। तो है बारिश हुई सी परसों, ते नाल अपना की उन्हें कहते ने हवा चली सी। कमाद वेखो किस तरह बेचारा डिग्या पिया आ जिमीदारां दा। ते कईयां दे बेचारियां दे झोने सीगे जिन्हों मूंजी कहंदे आ, लाभ कहंदे आ। देखो ना किस तरह लम्मे पिया बेचारा, पैर दे उत्ते अद्धा 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 पिया के हल्लिया इन्हां ने है। तो अल्लाह पाक जिमीदारां ते अपनी रहमत करे। उनकी फसलां तबाह हो गई काफ़ी। है मेरी पिछली साइड ते देखो, देखो किस तरह लम्मे पिया, सारे लम्मे पै गया। देखो है अगे वो परले पासे कुछ नज़र नहीं आ रहा, लेकिन ऐ सारा ही ना लम्मे पै गया। कईयां दे जिन्हां दे झोने सीगे अपना देखो, कईयां दे झोने सीगे निसरे सीगे वो लम्मे पै गए। जिन्हां दे हाले निसरे नहीं सी वो बच गए, बाकी जिन्हां दियां मूंजियां निसर गईयां सी, बूटे उन्हां दे वड्डे हो गए सी, वो भी लम्मे पै गए बेचारे। ते अल्लाह पाक सब ते अपनी रहमत करे, पर जो रब कर दो बेहतर कर दो, बेहतरी वास्ते ही करदा जो भी करदा। लेकिन दुआ करांगे सारिਆਂ वास्ते अल्लाह पाक सब नूं तंदुरुस्ती दे ते सब ते अपनी रहमत रखे। निकलदे अपने ऑफिस, देखते हैं अज की रूटीन की है, चलांगे जाके वेखांगे फिर पता लगेगा। तो दुआवां याद रखा करो यार, सब वास्ते दुआ करया करो। खैर निकलते हैं, आप मिलते हैं तुहानूं अपने ऑफिस पहुँच के। ओके जी, नाल रहियो। लो सरकार, असी तो पहुँच गए अपने फैसलाबाद दे विच। अच्छा हुण एक बड़ी मज़ेदार की गल है, सर्दियाँ शुरू हो रही ना, हुण इत्थे ना लोगों ने वेखना तो यार किहड़ा बंदा सानू किसी ने स्वैटर पाया होवे या जर्सी पाई होवे, कोई सानू नज़र आवे तो असीं भी पाईए। इन्हां चक्करां दे विच लोकां ने महीना महीना ठंड बर्दाश्त कर लेनी है, लेकिन अपने आप ना चादर लैनी
ਨਾ ਜਰਸੀ ਲੈਣੀ। ਤੇ ਤੁਸੀਂ ਵੀ ਵੇਖ ਰਹੇ ਹੋ ਨਾ, ਤੁਹਾਨੂੰ ਵੀ ਇਦਾਂ ਲੱਗਦਾ ਨਾ ਯਾਰ ਅੱਲਾ ਕੋਈ ਚਾਦਰ ਲੈ ਕੇ ਜਾਵੇ ਤੇ ਅਸੀਂ ਵੀ ਉਹਦੇ ਨਾਲ ਵੇਖ ਕੇ ਲਈ। ਤੇ ਯਾਰ ਤੁਸੀਂ ਆਪਣਾ ਹਿਸਾਬ ਲਓ, ਲੋਕਾਂ ਨੂੰ ਛੱਡੋ। ਤੁਹਾਨੂੰ ਸਰਦੀ ਲੱਗਦੀ, ਤੁਸੀਂ ਸਵੈਟਰ ਪਾਓ, ਜਰਸੀ ਪਾਓ, ਹੈਂ ਕਿਸੇ ਵੱਲ ਨਹੀਂ ਵੇਖਣਾ। ਸ਼ੁਰੂ ਕਰੋ ਕੰਮ, ਸਰਦੀ ਆ ਗਈ ਆ, ਚਾਦਰਾਂ ਸਵੈਟਰ ਕੱਢ ਲਓ ਆਪਣੇ, ਠੀਕ ਹੈ। ਅਸੀਂ ਤੁਹਾਨੂੰ ਕਹਿ ਰਹੇ ਹਾਂ ਓਕੇ। ਚੱਲਦੇ ਹਾਂ ਆਫਿਸ ਆ ਕੇ ਵੇਖਦੇ ਹਾਂ ਕਿਹੜਾ ਯਾਰ ਬੇਲੀ ਆਇਆ ਤੇ ਕਿਹੜਾ ਨਹੀਂ ਆਇਆ। ਫੈਸਲਾਬਾਦ ਸਟੇਟ ਲਾਈਫ, ਚਨਿਓਟ ਬਾਜ਼ਾਰ, ਚਨਿਓਟ ਬਾਜ਼ਾਰ ਦਾ ਇਸ਼ਾਰਾ। ਚੱਲਦੇ ਹਾਂ ਸਰ ਆਫਿਸ, ਵੇਖਦੇ ਹਾਂ ਕੀ ਆਇਆ ਕੀ ਨਹੀਂ ਆਇਆ। ਲਓ ਜੀ, ਅੱਜ ਤਾਂ ਦਰਵਾਜ਼ਾ ਖੁੱਲ੍ਹਾ ਹੀ ਆ। ਤਾਹਰ ਭਾਈ ਕੀ ਹਾਲ ਠੀਕ ਹੋ? ਚੋਰੀ ਚੋਰੀ ਕਿੱਥੇ ਆ? ਹੈਗੇ ਆ ਹੱਥ ਕੱਢ ਦੇ ਕਰ ਟਾਈਮ ਨਾਲ ਬਾਹਰ। ਹੋਰ ਸੁਣਾ ਚੋਰੀ? ਵੈਸੇ ਕੱਲ ਚੋਰੀ ਤਬੀਅਤ ਬਹੁਤ ਖਰਾਬ ਸੀ, ਅੱਲਾ ਖੈਰ ਕਰੇ। ਹਾਂਜੀ ਲਓ ਜੀ, ਅੱਜ ਤੇ ਏਸੀ ਬੰਦ ਆ ਤੇ ਅੰਦਰ ਸਕੂਨ ਆ ਪੱਖੇ ਨਾਲ। ਸਿਰਫ ਇੱਕ ਦਿਨ ਹਾਲੇ 2-3 ਦਿਨ ਪਹਿਲੇ ਦੱਸ ਰਿਹਾ ਸੀ ਕਿ ਜਿਵੇਂ ਨਾ ਬੁੱਢੀਆਂ ਘਰ ਗੱਲਾਂ ਕਰਦੀਆਂ, ਦਰਵਾਜ਼ੇ ਕੋਲ ਖਲੋ ਕੇ ਮੁੜ ਕੇ ਗੱਲਾਂ ਕਰਨ ਲੱਗ ਪੈਂਦੀਆਂ, ਫਿਰ ਘੰਟਾ ਲੰਘ ਜਾਂਦਾ, ਉਹ ਚੇਤੇ ਭੁੱਲ ਜਾਂਦਾ ਵੀ ਮੈਂ ਚੱਲੀ ਸੀਗੀ ਖਲੋਤੀ। ਇੱਦਾਂ ਹੀ ਸਰਦੀ ਕਰਦੇ ਸੀ। ਉਹ ਹੁਣ ਨਾ ਜਿਹੜੀ ਬੁੱਢੀ ਦੇ ਘਰ ਵਾਲਾ ਸੀ, ਉਹਨੂੰ ਪਤਾ ਲੱਗ ਗਿਆ ਵੀ ਖਲੋਤੀਆਂ ਗੱਲਾਂ, ਉਹਨੇ ਫਿਰ ਦਬਕਾ ਮਾਰਿਆ। ਉਹਨੇ ਕਿਹਾ ਜਾਂ ਤਾਂ ਇੱਧਰ ਆ ਜਾਓ ਤੇ ਜਾਂ ਫਿਰ ਚੱਲ ਜਾਓ। ਹੈਂ ਉਹ ਫਿਰ ਉਹਨੂੰ ਸਮਝ ਆ ਗਈ। ਉਹ ਸਰਦੀ ਨੇ ਲਿਆ, ਗਰਮੀ ਨੇ ਸੁਣ ਲਿਆ ਤੇ ਭਾਈ ਇਹ ਗੁੱਸਾ ਕਰਨ ਦੇ ਤਾਂ ਹੁਣ ਜਾਣਾ ਹੀ ਬਣਦਾ। ਤੇ ਇਸ ਕਰਕੇ ਨਾ ਫਿਰ ਉਹ ਚੱਲ ਗਈ ਤੇ ਨਾਲ ਹੀ ਬਾਰਿਸ਼ ਆਲੇ ਤੇ ਠੰਡਾ ਤਸਤੀ ਇੱਕ ਰਾਤ ਬਾਰਿਸ਼ ਪਈ ਹੈ ਤੇ ਸਵੇਰ ਨੂੰ ਪੱਖੇ, ਇਕੱਲੇ ਪੱਖੇ ਜਿਨ੍ਹਾਂ ਦੇ ਏਸੀ ਚੱਲਦੇ ਸੀ, ਏਸੀ ਬੰਦ। ਠੀਕ ਹੈ, ਬੜਾ ਸੋਹਣਾ ਸਕੂਨ ਆ। ਘਰੋਂ ਆਏ ਆ, ਠੰਡੀ ਠੰਡੀ ਹਵਾ ਲੱਗਦੀ ਸੀ। ਹਾਲੇ ਖੈਰ ਉਹ ਨਹੀਂ, ਲੇਕਿਨ ਇੱਦਾਂ ਦਾ ਮੌਸਮ ਹੋਵੇ, ਮੈਂ ਕਹਿੰਦਾ ਆਓ ਜਾਓ, ਸਕੂਨ ਮਾਹੌਲ, ਮਿੱਠੇ ਚੌਲ। ਚਲੋ ਅੱਲਾ ਪਾਕ ਜੋ ਕਰਦਾ ਬਿਹਤਰ ਕਰਦਾ। ਆ ਗਏ ਆਪਣੇ ਆਫਿਸ, ਡਿਊਟੀ ਤੇ ਪਹੁੰਚ ਗਏ ਆ। ਕੱਲ੍ਹ ਤਾਂ ਸਾਡੇ ਕੋਲ ਨਹੀਂ ਆਇਆ ਗਿਆ, ਤਬੀਅਤ ਜ਼ਿਆਦਾ ਹੀ ਖਰਾਬ ਸੀ, ਇਸ ਕਰਕੇ ਕੱਲ੍ਹ ਛੁੱਟੀ ਕਰ ਲਈ। ਅਤੇ ਅੱਜ ਵੇਖਦੇ ਹਾਂ ਕੀ ਰੂਟੀਨ ਆ, ਕੀ ਹਿਸਾਬ ਕਿਤਾਬ। ਹਾਲੇ ਨਾ ਇਹ ਦਿਮਾਗ ਜਿਹੜਾ, ਸਿਰ ਮੇਰਾ ਹਲਕਾ ਫੁਲਕਾ ਹੀ ਆ, ਲੇਕਿਨ ਉੱਦਾਂ ਠੀਕ ਆ। ਬਾਕੀ ਦੁਆ ਕਰੋ ਅੱਲਾ ਪਾਕ ਖੈਰ ਕਰੇ। ਆਉਂਦੇ ਨੇ ਯਾਰ ਦੋਸਤ, ਮਿਲਦੇ ਆ, ਫਿਰ ਵੇਖਦੇ ਹਾਂ ਕਿੱਧਰ ਨਿਕਲਣਾ, ਕੀ ਕਰਨਾ। ਓਕੇ ਜੀ, ਲਵ ਯੂ। ਅਸਲਾਮ ਵਾਲੇਕੁਮ ਸਰ ਜੀ। ਸਰ ਜੀ ਰਿਵਾਜ਼ ਨਹੀਂ ਆ, ਤੁਸੀਂ ਆਏ ਹੋ ਨਾ ਕੋਈ ਸਲਾਮ ਤੇ ਨਾ ਕੋਈ ਦੁਆ। ਕੀ ਮੈਂ ਤੁਹਾਡਾ ਕੀ ਕੁਛ ਗਵਾਇਆ ਬੌਸ? ਹਾਂਜੀ ਸਰ, ਤਬੀਅਤ ਮੇਰੀ ਸਾਈਡ ਤੇ ਰੱਖੋ ਨਾ। ਇਹ ਤੇ ਇੱਕ ਬੰਦਾ ਆਫਿਸ ਆਉਂਦਾ ਸਾਰਾ ਸਲਾਮ ਲੈਂਦਾ ਯਾਰ ਹੁੰਦਾ। ਤਬੀਅਤ ਸਹੀ ਹੋਵੇ ਜਾਂ ਖਰਾਬ ਹੋਵੇ। ਰਾਤੀ ਮੈਂ ਆਪਣੇ ਪੀਰ ਸਾਹਿਬ ਕੋ ਗਿਆ। ਅੱਛਾ, ਪੀਰ ਸਾਹਿਬ ਕਹਿੰਦੇ ਯਾਰ ਨਾਲ ਗੱਲ ਹੀ ਇੱਥੇ ਕੋਲ ਆਇਆ। ਨਹੀਂ ਤੁਸੀਂ ਦੂਰ ਹੀ ਸੌਂ। ਨਹੀਂ ਆਵਾਜ਼ ਨਹੀਂ ਨਾ ਆਉਣੀ ਦੂਰ ਮੈਨੂੰ ਤੁਹਾਡੀ ਇੱਕ ਆਵਾਜ਼ ਬਹੁਤ ਥੋੜੀ ਹੈ ਯਾਰ। ਅੱਛਾ ਹਾਂਜੀ, ਜੋ ਪੀਰ ਸਾਹਿਬ ਕਹਿੰਦੇ ਨੇ, ਹਾਂ ਕਹਿੰਦੇ ਕਿ ਜਦੋਂ ਬੰਦੇ ਦੀ ਤਬੀਅਤ ਖਰਾਬ ਹੋਵੇ ਨਾ ਜੀ, ਅੱਛਾ, ਤੇ ਉਹਦੇ 'ਚ ਚਿੜਚਿੜਾਪਨ ਆ ਜਾਂਦਾ। ਠੀਕ ਹੈ, ਠੀਕ ਆ। ਜਦੋਂ ਚਿੜਚਿੜਾਪਨ ਆਉਂਦਾ ਫਿਰ ਉਹਨੂੰ ਗੁੱਸਾ ਆਉਂਦਾ। ਅੱਛਾ, ਜਦੋਂ ਉਹਨੂੰ ਗੁੱਸਾ ਆਉਂਦਾ, ਉਹਦਾ ਦਿਮਾਗ ਖਰਾਬ ਹੁੰਦਾ ਹੈ ਤੇ ਫਿਰ ਉਹਦੇ 'ਚ ਮਸਲਾ ਕੀ ਬਣਦਾ ਜਨਾਬ? ਉਹਦੇ 'ਚ ਸਭ ਨਾਲੋਂ ਵੱਡਾ ਮਸਲਾ ਇਹ ਬਣਦਾ ਕਿ ਉਹ ਗਲਤ ਫੈਸਲੇ ਕਰਨ ਲੱਗ ਪੈਂਦਾ। ਉਹ ਆਪਣੇ ਦਿਮਾਗ ਨਾਲ ਗਲਤ ਸੋਚਦਾ ਵਾ ਕਿ ਯਾਰ ਮੈਂ ਇਹਨੂੰ ਸਲਾਮ ਕਰਾਂ, ਇਹ ਮੈਨੂੰ ਜਵਾਬ ਨਾ ਦੇਵੇ। ਉਹ ਫਿਰ ਅੰਦਰੋਂ ਅੰਦਰ ਹੀ ਨਾ ਬੰਦਾ ਕੁੱਟਦਾ ਰਹਿੰਦਾ ਵਾ। ਅੱਛਾ, ਉਹਨੂੰ ਪਤਾ ਤਾਂ ਹੈ ਉਹ ਦਫ਼ਤਰ ਦੇ ਹਾਲਾਤ ਅੱਜ ਕੱਲ੍ਹ ਇੱਦਾਂ ਦੇ ਚੱਲ ਰਹੇ, ਮੁਖਾਲਫਤ ਤੇ ਬੁਰੇ ਹਾਲ। ਅੱਛਾ, ਗੱਲ ਸੁਣਾ ਰਿਹਾ ਸੀ ਪੀਰਾਂ ਦੀ, ਤੇ ਉਹ ਪੀਰ ਸਾਹਿਬ ਕਹਿੰਦੇ ਜੀ ਕਿ ਜਦੋਂ ਗੁੱਸਾ ਆਇਆ ਹੋਵੇ ਨਾ ਤੇ ਫਿਰ ਕਿਸੇ ਨੂੰ ਸਲਾਮ ਵੀ ਨਹੀਂ ਕਰਨਾ ਚਾਹੀਦਾ। ਮੈਂ ਕਿਹਾ ਜੀ ਠੀਕ ਹੈ ਪੀਰ ਸਾਹਿਬ, ਤੁਸੀਂ ਕਿਹਾ ਤਾਂ ਅਸੀਂ ਨਹੀਂ ਕਰਨਾ ਸਲਾਮ ਕਿਸੇ ਨੂੰ। ਅੱਛਾ, ਤਾਂ ਜੇ ਸੁਬਹ ਦਾ ਆਇਆ ਨਾ ਮੈਂ ਘਰੋਂ ਨਿਕਲਣ ਲੱਗੇ ਸਲਾਮ ਕੀਤਾ ਤੇ ਨਾ ਮੈਂ ਇੱਥੇ ਆਇਆ ਕਿਸੇ ਨੂੰ ਸਲਾਮ ਕੀਤਾ। ਤੇ ਹਰ ਬੰਦੇ ਨੇ ਅਜੀਬ ਜਿਹਾ ਮੂੰਹ ਬਣਾ ਕੇ ਮੈਨੂੰ ਦੇਖਿਆ ਕਿ ਯਾਰ ਇਹ ਕੀ ਬੰਦਾ ਕਰਨ ਲਿਆ ਅੱਜ। ਦੇਖਦੇ ਆ ਜੀ ਕਿ ਪੀਰ ਸਾਹਿਬ ਦੀ ਗੱਲ ਕਿੱਥੇ ਤੱਕ ਸੱਚ ਸਾਬਤ ਹੁੰਦੀ ਹੈ। ਸਰ ਮੈਨੂੰ ਲੱਗਦਾ ਤੁਹਾਡੇ ਪੀਰ ਸਾਹਿਬ ਇੱਥੇ ਝੂਠੇ ਹੋਏ ਨੇ। ਸਲਾਮ ਇੱਕ ਐਸੀ ਸ਼ੈ ਹੈ, ਅਗਰ ਕੋਈ ਤੁਹਾਡਾ ਬੰਦਾ ਕਿ ਗੁੱਸੇ ਵੀ ਹੈ ਨਾ ਤੁਹਾਡੇ ਨਾਲ, ਹਾਂਜੀ ਹਾਂਜੀ ਤੁਸੀਂ ਆ ਕੇ ਉਹਦੇ ਨਾਲ ਸਲਾਮ ਲੈਂਦੇ ਨਾ ਤਾਂ ਉਹਦਾ ਅੱਧਾ ਗੁੱਸਾ ਖਤਮ ਹੋ ਜਾਂਦਾ।
ਕਿ ਯਾਰ ਇਹ ਮੇਰੇ ਨਾਲ ਗੁੱਸੇ ਸੀ, ਇਹਨੇ ਮੇਰੇ ਨਾਲ ਆ ਕੇ ਸਲਾਮ ਲਈਏ ਯਾਰ, ਚੱਲ ਯਾਰ ਹੋ ਸਕਦਾ ਕੋਈ ਮੇਰੇ ਕੋਲ ਗਲਤੀ ਹੋਈ ਹੈ। ਇਹ ਸਲਾਮਤੀ ਭੇਜਣੀ ਕਿਸੇ ਤੇ, ਫਿਰ ਅੱਗੋਂ ਜਵਾਬ ਆਉਣਾ ਤੁਹਾਡੇ ਤੇ ਵੀ ਸਲਾਮਤੀ ਹੋਵੇ। ਹੁਣ ਉਹ ਵੇਖੋ ਆ ਵੇਖੀ ਹੁਣ ਭਲਾ ਕਹਿੰਦੇ ਕਿ ਨਹੀਂ ਕਹਿੰਦੇ, ਮਲਕ ਸਾਹਿਬ ਆ ਗਏ ਆ ਵੇ ਸਲਾਮ ਕਹਿਤੀ ਨਾ ਯਾਰ ਤੁਸੀਂ ਆਏ ਆ, ਮੈਂ ਕੁਝ ਕਿਹਾ ਤਾਂ ਨਹੀਂ, ਆਵਾਜ਼ ਤੇ ਨਹੀਂ ਦਿੱਤੀ ਵੀ ਤੁਸੀਂ ਸਲਾਮ ਲੈਣੀ ਆ ਕੇ। ਕੈਮਰਾ ਆਨਲਾਈਨ ਚੱਲ ਰਿਹਾ, ਕੋਈ ਵਿੱਚ ਸਕਿਪ ਨਹੀਂ ਹੋਣਾ, ਕੋਈ ਕੁਝ ਨਹੀਂ ਹੋਣਾ। ਤੁਸੀਂ ਆਉਂਦਿਆਂ ਸਲਾਮ ਨਹੀਂ ਲਈ, ਮੈਨੂੰ ਤੁਹਾਡੇ ਤੇ ਇਹ ਗੁੱਸਾ। ਮੈਂ ਤਾਂ ਤੁਹਾਨੂੰ ਦੱਸ ਰਿਹਾ ਸਰ ਦੇਖੋ ਹੁਣ ਪੀਰਾਂ ਦੀ ਮੰਨੀਏ ਕਿ ਤੁਹਾਡੀ ਮੰਨੀਏ। ਸਰ ਹੁਣ ਪੀਰ ਇਹ ਤੇ ਨਹੀਂ ਕਹਿੰਦੇ ਵੀ ਤੁਸੀਂ ਜਾਓ ਤੇ ਸਲਾਮ ਨਾ ਲਓ ਕਿਸੇ ਨਾਲ। ਬਸ ਯਾਰ ਅਸੀਂ ਪੀਰ ਨਾਲ ਪੁੱਠੇ ਜੇ ਫੜ ਬੈਠੇ ਆ। ਐ ਪੀਰਾਂ ਦੀ ਨਾ, ਸਾਡੇ ਵੀ ਅਲਹਮਦੁਲਿਲਾ ਪੀਰ ਹੈਗੇ ਨੇ, ਉਹਨਾਂ ਨੇ ਕਦੀ ਇਦਾਂ ਦਾ ਦਰਸ਼ਨ ਨਹੀਂ ਦਿੱਤਾ। ਉਹ ਜ਼ਿਕਰ ਕਰੋ, ਨਮਾਜ਼ ਪੜੋ। ਉਹ ਸਾਡੇ ਤਾਂ ਪੀਰੇ ਕਹਿੰਦੇ ਕਿ ਅਸੀਂ ਬਸ਼ਕਵਾ ਵੀ ਤੁਹਾਨੂੰ ਆਪ ਹੀ ਲੈਣਾ ਵਾ, ਸਾਡਾ ਹਿਸਾਬ ਸੂ ਕੋਈ ਨਹੀਂ ਹੋਣਾ। ਇਹ ਨਹੀਂ, ਆਪਣਾ ਹਿਸਾਬ ਸਾਰਿਆਂ ਨੇ ਦੇਣਾ ਆ, ਲੇਕਿਨ ਹੈ ਕੋਈ ਹੋ ਸਕਦਾ ਕਿ ਤੁਹਾਡੀ ਵਿੱਚੋਂ ਸਿਫਾਰਿਸ਼ ਆਪਣੇ 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 ਰੱਬ ਅੱਗੇ ਤੁਹਾਡੇ ਵਾਸਤੇ ਉਹ ਸਿਫਾਰਿਸ਼ ਕਰ ਸਕਦੇ ਆ, ਠੀਕ ਆ। ਬਾਕੀ ਹਿਸਾਬ ਕਿਤਾਬ ਤੇ ਆਪਣੇ ਦੇਣੇ ਪੈਣੇ। ਪੀਰ ਕਿਸੇ ਨੂੰ ਕਦੀ ਗਲਤ ਪਾਸੇ ਨਹੀਂ ਲਾਉਂਦੇ। ਜਿਹੜਾ ਅਸਲ ਪੀਰ ਹੋਏਗਾ ਨਾ, ਤੁਹਾਨੂੰ ਨਮਾਜ਼ ਦੀ ਤਲਕੀਨ ਕਰੇਗਾ, ਜ਼ਿਕਰ ਦੀ ਕਰੇਗਾ। ਉਹ ਇਹ ਨਹੀਂ ਕਹੇਗਾ ਕਿ ਮੇਰੇ ਕੋਲ ਤੁਸੀਂ ਲੰਗਰ ਲੈ ਕੇ ਆਓ ਤੇ ਮੇਰੇ ਕੋਲ ਬੱਕਰੇ ਚੜਾਓ ਤੇ ਮੈਨੂੰ ਐਂ ਕਰੋ ਤੇ ਮੈਨੂੰ ਐਂ ਕਰੋ, ਮੈਂ ਤੁਹਾਨੂੰ ਬਖਸ਼ਾ ਲਾਂਗਾ। ਇਹ ਗੱਲ ਨਹੀਂ ਹੈਗੀ। ਸਾਡੇ ਪੀਰ ਦੇ ਜੀ ਸੁੱਤੇ ਰਹਿੰਦੇ ਹਰ ਟਾਈਮ, ਉਹਨਾਂ ਦਾ ਕੰਮ ਹੀ ਹੈ ਹਰ ਟਾਈਮ ਸੋ ਜਾਣਾ। ਤੁਸੀਂ ਉਹਨਾਂ ਕੋਲ ਬੈਠੇ ਹੋਵੋਗੇ, ਉਹ ਤਾਂ ਹੀ ਅਸੀਂ ਕਹਿੰਦੇ ਕਿ ਮੈਂ ਪਹੁੰਚ ਗਿਆ। ਤਾਂ ਹੀ ਤੁਸੀਂ ਆਪਣੇ ਪੀਰਾਂ ਦੀ ਬਹੁਤ ਮੰਨਦੇ ਆ, 100 ਬਹੁਤ ਟਾਈਮ ਗੁਜ਼ਾਰਦੇ ਆ ਤੁਸੀਂ। ਮਲਕ ਸਾਹਿਬ ਬਾਹਰੋਂ ਆਏ ਨੇ, ਅੰਦਰੋਂ ਅਦਨਾਨ ਸਾਹਿਬ। ਹਾਂਜੀ ਹਾਂਜੀ। ਤੇ ਸਲਾਮ ਨਹੀਂ ਲਿਆ, ਮੈਂ ਇੱਥੇ ਬੈਠਾ, ਸਲਾਮ ਨਹੀਂ ਲਿਆ, ਪਾਣੀ ਲੈ ਕੇ ਤੇ ਉੱਥੇ ਪੀਣ ਲੱਗ ਪਿਆ। ਮੈਂ ਕਿਹਾ ਸਰ ਤੁਸੀਂ ਸਲਾਮ ਨਹੀਂ ਲਿਆ, ਕੀ ਵਜ੍ਹਾ? ਕਹਿੰਦੇ ਸਰ ਸਲਾਮ ਲੈਣਾ ਜਿਹੜਾ ਮੁਸਲਮਾਨਾਂ ਦਾ ਸ਼ੇਵਾ ਹੈਗਾ, ਇਹ ਮੁਸਲਮਾਨਾਂ ਵਾਸਤੇ ਬਣਿਆ। ਅਸਲਾਮੁ ਅਲੈਕਮ ਰਾਈਆਂ ਵਾਸਤੇ ਨਹੀਂ ਨਹੀਂ ਹੈ। ਨਹੀਂ ਇਹ ਗੱਲ ਬਿਲਕੁਲ ਨਹੀਂ ਆ ਸਰ, ਇਹ ਗੱਲ ਬਿਲਕੁਲ ਸਹੀ ਕਹਿ ਰਹੇ ਜਨਾਬ। ਤੇ ਜੇ ਮੈਂ ਕੋਈ ਗੱਲ ਕਰਾਂਗਾ ਤਾਂ ਤੁਸੀਂ ਗੱਲ ਅੱਗੇ ਵਧ ਜਾਣੀ, ਅੱਛਾ ਨਹੀਂ ਲੱਗਦਾ। ਵੱਧ ਜਾਣੀ ਗੱਲ, ਵੱਧ ਤੋਂ ਵੱਧ ਵੱਧਦੀ ਰਹਿਣੀ, ਇਸ ਕਰਕੇ ਨਾ ਠੀਕ ਆ ਜੀ, ਜੋ ਕਹਿਤਾ ਸੋ ਠੀਕ ਸੋ ਹੈ। ਗਿਆ ਤਾਂ ਓਕੇ ਜੀ, ਮਿਲਦੇ ਹਾਂ ਆਪਾਂ ਅਗਲੇ ਪਾਰਟ ਦੇ ਵਿੱਚ। ਜਨਾਬ ਆਫਿਸ ਚੋਂ ਨਿਕਲੇ ਆ, ਦਨਾਨ ਸਾਹਿਬ ਨੂੰ ਲੈ ਕੇ ਆਪਣੇ ਵੀਰਾਂ ਨੂੰ। ਸਾਡੇ ਵੀਰ ਨਾਲ ਹੀ ਬੈਠੇ ਨੇ ਸਾਡੇ। ਤੇ ਭਾਈਆਂ ਨੇ ਸਾਡੇ ਜੀ ਆਏ ਸੀ ਖੋੜਿਆਂ ਵਾਲੇ ਆ ਕੇ, ਤੇ ਹੁਣ ਇੱਥੇ ਮਾਈਕਰੋਟੈਕ ਦਾ ਮਸਲਾ ਸੀ, ਉਹ ਕੁਝ ਰੀਬੂਟ ਕਰਕੇ ਵੇਖਣਾ ਸੀ ਹੋ ਜਾਣਾ, ਠੀਕ ਆ। ਇਸ ਤੋਂ ਬਾਅਦ ਅਸੀਂ ਜਾਣਾ ਸਾਈਆਂ ਵਾਲੇ। ਉੱਥੇ ਰਾਤ ਹਨੇਰੀ ਆਈ, ਪਰਸੋਂ ਆਈ, ਖਰੇ ਪਰਸੋਂ ਆਈ ਸੀ ਹਨੇਰੀ ਤੇ ਬਾਰਿਸ਼ ਤੂਫਾਨ, ਤੁਹਾਨੂੰ ਪਤਾ ਹੀ ਆ। ਉਹਦੀ ਵਜ੍ਹਾ ਤੋਂ ਨਾ ਪੋਲ ਗਿਰ ਗਿਆ ਆ, ਤੇ ਉਹ ਪੋਲ ਜਾ ਕੇ ਫਿਲਹਾਲ ਅਦਨਾਨ ਸਾਹਿਬ ਨੇ ਫਿੱਟ ਕਰਨਾ ਦੁਬਾਰਾ। ਮੈਂ ਨਹੀਂ ਫਿੱਟ ਕਰਨਾ, ਉਹਨਾਂ ਨੇ ਫਿੱਟ ਕਰ ਲਿਆ, ਬਸ ਚੈੱਕ ਕਰਨਾ। ਅੱਛਾ, ਉਹਨਾਂ ਨੇ ਫਿੱਟ ਕਰ ਲਿਆ ਭਾਈ, ਅਸੀਂ ਜਾ ਕੇ ਸਿਰਫ ਚੈੱਕ ਕਰਨਾ ਵੀ ਸਹੀ ਫਿੱਟ ਹੋਇਆ ਕਿ ਨਹੀਂ ਹੋਇਆ। ਅਗਰ ਕੋਈ ਮਸਲਾ ਆਇਆ ਤੇ ਉਹਨੂੰ ਜਾ ਕੇ ਫਿਰ ਚੈੱਕ ਕਰਾਂਗੇ। ਤੇ ਅਦਨਾਨ ਸਾਹਿਬ ਸਾਡੇ ਨਾਲ ਨੇ, ਅਸੀਂ ਇਸ ਟਾਈਮ ਬੈਠੇ। ਉਹ ਭਾਈ ਮੇਰੇ ਵੱਲ ਵੇਖੀ ਜਾ ਰਹੇ ਨੇ। ਪਹਿਲਾ ਕੁਛ ਯਾਰ ਤੂੰ ਹੁਣ ਹੱਸਦੇ ਆ, ਹੁਣ ਕਾਹਤੋਂ ਹੱਸਦੇ ਆ? ਅਸੀਂ ਵੀਡੀਓ ਬਣਾਉਣ ਦੇ ਸੀ। ਇਹ ਭਾਈ ਨਾ ਸਾਡਾ ਇੱਥੋਂ ਨਾ ਅਕਸਰ ਹੀ ਅਸੀਂ ਚਮਨ ਮੁਰਗ ਪਲਾਓ ਇਹ ਖਾਈਦਾ, ਬੜਾ ਮਜ਼ੇਦਾਰ ਹੁੰਦਾ। ਤੇ ਅਸੀਂ ਵੀਡੀਓ ਬਣਾ ਰਹੇ ਸੀ ਤੇ ਦੇਖ ਕੇ ਹੱਸ ਰਿਹਾ ਸੀ। ਮੈਂ ਕਿਹਾ ਜਰਾ ਕਿ ਇਹਨਾਂ ਨੂੰ ਚਿਹਰਾ ਦਿਖਾ ਦਈਏ ਇਹਨਾਂ ਦਾ ਵੀ। ਓਕੇ ਜੀ, ਮਿਲਾਂਗੇ ਤੁਹਾਨੂੰ ਅਸੀਂ ਆਪਾਂ ਅਗਲੇ ਡੈਸਟੀਨੇਸ਼ਨ ਤੇ। ਸਾਈਆਂ ਵਾਲੇ ਪਹੁੰਚ ਗਏ। ਓਕੇ ਜੀ, ਨਾਲ ਰਿਓ। ਅੱਲਾ ਹਾਂਜੀ ਵੀਰ ਜੀ, ਅਸੀਂ ਪਹੁੰਚ ਗਏ ਜੀ ਆਪਣੇ ਕਲਾਇੰਟ ਦੀ ਤਰਫ। ਤੇ ਇੱਥੇ ਉਹਨਾਂ ਨੇ ਪੋਲ ਤੇ ਆਪਣਾ ਖੜਾ ਕਰ ਦਿੱਤਾ ਸੀਗਾ, ਲੇਕਿਨ
ਉਹਦੀ ਕੋਈ ਅਲਾਈਨਮੈਂਟ ਦਾ ਮਸਲਾ ਸੀ, ਮਤਲਬ ਕਿ ਜਿਸ ਤਰ੍ਹਾਂ ਕਿ ਡਿਵਾਈਸ ਸਿੱਧੀ ਕਰਨੀ ਹੁੰਦੀ ਟਾਵਰ ਵਾਲੀ ਸਾਈਡ ਤੇ ਨਾ, ਉਹ ਹੁਣ ਅਦਨਾਨ ਸਾਹਿਬ ਤੇ ਯਾਸਰ ਸਾਹਿਬ ਉਤਰ ਗਏ ਨੇ, ਅਸੀਂ ਪਾਰਕਿੰਗ 'ਚ ਖਲੋ ਗਏ ਹਾਂ। ਹੁਣ ਜਿਸ ਤਰ੍ਹਾਂ ਹੀ ਕਰਕੇ ਆਉਂਦੇ ਨੇ ਤੇ ਫਿਰ ਦੇਖਦੇ ਹਾਂ ਹੋ ਗਿਆ ਕਿ ਨਹੀਂ ਹੋ ਗਿਆ, ਫਿਰ ਤੁਹਾਨੂੰ ਦੱਸਦੇ ਹਾਂ। ਫਿਰ ਇੱਥੋਂ ਨਿਕਲਾਂਗੇ ਵਾਪਸ, ਜਾ ਕੇ ਵੇਖਾਂਗੇ ਹੋਰ ਕੋਈ ਕੰਮ ਹੋਇਆ ਤਾਂ ਠੀਕ ਹੈ, ਨਹੀਂ ਤੇ ਫਿਰ ਕੋਈ ਘੰਟਾ ਵਿਹਲੇ ਬਹਿ ਲਾਂਗੇ। ਤੇ ਤਬੀਅਤ ਤੁਹਾਡੇ ਭਰਾ ਦੀ ਨਾ ਹਾਲੇ ਅੱਗੇ ਨਾਲੋਂ ਤਕਰੀਬਨ 100 ਦੇ ਵਿੱਚੋਂ 70% ਠੀਕ ਆ, 30% ਹਾਲੇ ਨਾ ਕੋਈ ਜਿਸਮ ਦੇ ਵਿੱਚ ਉਹ ਕੀ ਉਹਨੂੰ ਕਹਿੰਦੇ ਨੇ ਕਿ ਜਿਸ ਤਰ੍ਹਾਂ ਚੱਕਰ ਟੈਪ ਤੇ ਦਿਲ ਖਰਾਬ ਇਦਾਂ ਦਾ ਮਸਲਾ ਹੋ ਰਿਹਾ। ਬਾਕੀ ਕੋਈ ਨਹੀਂ, ਗਲਤੀ ਮੇਰੀ ਸੀਗੀ ਕਿ ਜਿਹੜਾ ਮੈਂ ਥਕਾਵਟ ਦੇ ਵਿੱਚ ਨਹਾ ਲਿਆ, ਉਸ ਕਰਕੇ ਨਾ ਫਿਰ ਉਹ ਜਿਸ ਤਰ੍ਹਾਂ ਕਿ ਬੰਦੇ ਦਾ ਜਿਸਮ ਹੀਟ 'ਚ ਹੁੰਦਾ ਤੇ ਕੰਮ ਕਰਦਾ ਹੀਟ 'ਚ ਹੁੰਦਾ, ਤੇ ਉਹਦੇ ਵਿੱਚੋਂ ਨਾ ਜਿੰਨੇ ਵੀ ਸੈੱਲ ਹੁੰਦੇ ਨੇ ਹੀਟ ਵਾਲੇ ਪਸੀਨੇ ਦੇ ਥਰੂ ਬਾਹਰ ਨਹੀਂ ਨਿਕਲਦੇ। ਅਸੀਂ ਉਹ ਹਾਲੇ ਉਹ ਪਸੀਨਾ ਪ੍ਰੋਪਰ ਪੂਰਾ ਨਿਕਲਿਆ ਨਹੀਂ ਬਾਹਰ, ਤੇ ਜਾ ਕੇ ਠੰਡੇ ਪਾਣੀ ਵੀ ਠੰਡਾ ਸੀਗਾ, ਉਹਦੇ ਨਾਲ ਨਹਾ ਲਿਆ ਤੇ ਉਹ ਮਸਾਮ ਬੰਦ ਹੋ ਗਏ, ਜਿਸ ਵਜ੍ਹਾ ਤੋਂ ਨਾ ਫਿਰ ਉਹ ਬੀਪੀ ਸ਼ੂਟ ਕਰ ਗਿਆ। ਠੀਕ ਹੈ, ਇਸ ਕਰਕੇ ਅਗਰ ਤੁਸੀਂ ਵੀ ਕੋਈ ਵਰਕ ਕਰ ਰਹੇ ਹੋ, ਬੱਚੇ ਹੋ ਵੱਡੇ ਹੋ ਜੋ ਵੀ ਹੋ, ਅਗਰ ਤੁਸੀਂ ਕੰਮ ਕਰਕੇ 5-7 ਮਿੰਟਾਂ ਦੇ ਵਿੱਚ ਤੁਸੀਂ ਨਹਾ ਲੈਂਦੇ ਤਾਂ ਬਹੁਤ ਗਲਤ ਕਰੋਗੇ, ਆਪਣੇ ਆਪ ਨਾਲ ਜ਼ੁਲਮ ਕਰੋਗੇ। ਇਸ ਕਰਕੇ ਅਗਰ ਤੁਸੀਂ ਕੰਮ ਕਰੋ ਤੇ ਕੋਈ ਅੱਧਾ ਘੰਟਾ 15-20 ਮਿੰਟ ਸਕੂਨ ਕਰੋ, ਰਿਲੈਕਸ ਕਰੋ, ਤੇ ਫਿਰ ਤੁਸੀਂ ਨਹਾਓ। ਤੇ ਜ਼ਿਆਦਾਤਰ ਕੋਸ਼ਿਸ਼ ਕਰੋ ਕਿ ਰਾਤ ਦੇ ਟਾਈਮ, ਪਿਛਲੇ ਟਾਈਮ, ਸ਼ਾਮ ਟਾਈਮ ਨਹੀਂ ਨਹਾਉਣਾ। ਅਗਰ ਤੁਸੀਂ ਸੋ ਕੇ ਉੱਠਦੇ ਹੋ ਨਾ ਸਵੇਰ ਨੂੰ, ਉਦੋਂ ਤੁਸੀਂ 100% ਨਹਾਓ, ਉਦੋਂ ਨਾਗਾ ਨਾ ਕਰੋ, ਕਿਉਂਕਿ ਸਵੇਰ ਨੂੰ ਨਹਾਉਣਾ ਸਿਹਤ ਆ ਤੇ ਸ਼ਾਮ ਨੂੰ ਨਹਾਉਣਾ ਨੁਕਸਾਨਦੇਹ ਆ। ਇਸ ਕਰਕੇ ਜਨਾਬ ਅਸੀਂ ਤੁਹਾਨੂੰ ਮਸ਼ਵਰਾ ਦਿਆਂਗੇ, ਆਪਣਾ ਐਕਸਪੀਰੀਅੰਸ ਜਿਹੜਾ ਜ਼ਾਤੀ ਗੁਜ਼ਰਿਆ, ਕਿ ਸ਼ਾਮ ਨੂੰ ਕੋਸ਼ਿਸ਼ ਕਰੋ ਕਿ ਅਵੋਇਡ ਕਰੋ ਨਹਾਉਣ ਤੋਂ। ਅਗਰ ਤੁਸੀਂ ਜ਼ਿਆਦਾ ਮਸਲਾ ਕੋਈ ਮੂੰਹ ਹੱਥ ਧੋ ਕੇ ਕੱਪੜੇ ਚੇਂਜ ਕਰ ਲਓ, ਨਹੀਂ ਤੇ ਨਹਾਉਣ ਤੋਂ ਗਰੇਜ਼ ਕਰੋ। ਅਗਰ ਨਹਾਉਣਾ ਹੀ ਆ, ਨਹੀਂ ਗੁਜ਼ਾਰਾ ਹੋ ਰਿਹਾ, ਬਹੁਤੇ ਮੰਦੇ ਹਾਲਾਤ ਨੇ, ਕੋਈ ਅੱਧਾ ਘੰਟਾ ਪੌਣਾ ਘੰਟਾ ਰਿਲੈਕਸ ਕਰਕੇ ਸਕੂਨ ਕਰਕੇ ਪਾਣੀ ਛਾਣੀ ਪੀ ਕੇ ਫਿਰ ਨਹਾਓ, ਉਹ ਵੀ ਤਾਜ਼ੇ ਪਾਣੀ ਨਾਲ। ਠੀਕ ਹੈ, ਤੇ ਚਲੋ ਖੈਰ ਜੋ ਵੀ ਹੈ ਵੀ ਜ਼ਿੰਦਗੀ ਦੇ ਐਕਸਪੀਰੀਅੰਸ ਹੁੰਦੇ ਨੇ। ਆਪਣਾ ਇੱਦਾਂ ਮੈਨੂੰ ਕਦੀ ਨਾਲੇ ਜਦੋਂ 40 ਸਾਲ ਤੋਂ ਬੰਦਾ ਉੱਪਰ ਚੱਲੇ ਨਾ, ਤਕਰੀਬਨ ਸਾਡੀ 40 ਸਾਲ ਤੋਂ ਉੱਪਰ ਨੀਚੇ ਤਾਂ ਹੈਗੀ ਆ ਏਜ, ਉਸ ਤੋਂ ਬਾਅਦ ਨਾ ਫਿਰ ਆਪਣੀ ਸਿਹਤ ਦਾ ਖਿਆਲ ਖੁਦ ਰੱਖਣਾ ਪੈਂਦਾ, ਕਿਉਂਕਿ ਪਹਿਲੇ ਜਿੰਨੇ 40 ਸਾਲ ਤੱਕ ਤੇ ਇਨਸਾਨ ਸਮਝਦੇ ਕੁਛ ਨਹੀਂ ਨਾ, 35-40 ਸਾਲ ਤੱਕ ਕੁਛ ਨਹੀਂ ਸਮਝਦਾ, ਕਿਉਂਕਿ ਉਦੋਂ ਮਾਂ ਦੇ ਦੁੱਧ ਦਾ ਅਸਰ ਹੁੰਦਾ 40 ਸਾਲ ਤੱਕ। ਉਸ ਤੋਂ ਬਾਅਦ ਤੁਸੀਂ ਆਪਣੀ ਖੁਰਾਕ ਬਿਹਤਰ ਕਰੋ, ਆਪਣੀ ਸੈਰ ਕਰੋ, ਦੂਜੇ ਨੰਬਰ 'ਤੇ ਆਪਣਾ ਖਿਆਲ ਰੱਖੋ, ਫਿਰ ਹੀ ਤੁਸੀਂ ਚੱਲ ਸਕਦੇ ਹੋ, ਅਦਰਵਾਈਜ਼ ਤੁਸੀਂ ਨਹੀਂ ਚੱਲ ਸਕਦੇ। ਅਤੇ ਇਨਸ਼ਾ ਤਾਲਾ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਆਪਣੀ ਸਿਹਤ ਦਾ ਖਿਆਲ ਰੱਖੀਏ, ਕਿਉਂਕਿ ਕੋਸ਼ਿਸ਼ ਇਨਸਾਨ ਨੂੰ ਕਰਨੀ ਚਾਹੀਦੀ, ਬਾਕੀ ਉਹ ਰੱਬ ਦੇ ਕੰਮ ਆ, ਉਹ ਜੋ ਕਰਦਾ ਬਿਹਤਰ ਕਰਦਾ। ਠੀਕ ਹੈ, ਮਿਲਦੇ ਤੁਹਾਨੂੰ ਅਸੀਂ ਆਪਣੇ ਅਗਲੇ ਪਾਰਟ 'ਚ। ਓਕੇ ਜੀ, ਨਾਲ ਦਿਓ। ਲਓ ਸਰਕਾਰ, ਸ਼ੁਕਰ ਅੱਲਾਹ ਪਾਕ ਦੀ ਜ਼ਾਤ ਦਾ, ਖਾਣਾ ਖਾ ਲਿਆ। ਖਾਣਾ ਖਾ ਕੇ ਤਾਂ ਹੁਣ ਇੱਥੇ ਆ ਗਏ ਆਪਾਂ ਪਾਰਕਿੰਗ 'ਚ, ਕਿਉਂਕਿ ਉੱਦਾਂ ਨਾ ਤੁਹਾਨੂੰ ਦੱਸਣ ਰਿਹਾ ਸੀ ਨਾ, ਕਿਸਮਤ ਖਾਣ ਪੀਣ ਆਪਣੀ ਕਿਸਮਤ ਦਾ। ਠੀਕ ਹੈ, ਅਸੀਂ ਹੁਣ ਇਹਨਾਂ ਕੋਲ ਚੱਲ ਕੇ ਆਏ ਹਾਂ, ਖਾਣੇ ਦਾ ਟਾਈਮ ਸੀ, ਕਿ ਭਾਈ ਪਹਿਲੇ ਖਾਣਾ ਖਾ ਲਓ, ਬਾਅਦ 'ਚ ਕੰਮ ਕਰਿਓ ਆਪਣਾ। ਠੀਕ ਹੈ, ਅਤੇ ਬਾਕੀ ਸਾਡੀ ਕਿਸਮਤ ਸੀ, ਅਸੀਂ ਕਿੱਥੋਂ ਘੁੰਮ ਕੇ ਆਏ, ਆਪਣੀ ਕਿਸਮਤ ਦਾ ਖਾ ਲਿਆ। ਬਾਈ ਟਾਈਮ ਹੁੰਦਾ ਕਿ ਲੋਕਾਂ ਨੂੰ ਸ਼ੁਕਰ ਕਰਨਾ ਚਾਹੀਦਾ ਕਿ ਉਹਦੇ ਕੋਲ ਜਾ ਕੇ ਖਾ ਲਓ, ਨਹੀਂ ਤਾਂ ਉਹ ਤੁਹਾਡਾ ਰਿਜ਼ਕ ਚੁੱਕ ਕੇ ਤੁਹਾਡੇ ਪਿੱਛੇ ਤੁਰਾ ਫਿਰੇ, ਕਿਉਂਕਿ ਤੁਹਾਡੀ ਕਿਸਮਤ ਹੈ, ਤੁਹਾਨੂੰ ਰੱਬ ਨੇ ਦੇਣਾ, ਤੁਸੀਂ ਲੈ ਕੇ ਉਹਦੇ ਮਗਰ ਨਹੀਂ ਜਾਣਾ ਪੈਂਦਾ ਤੁਹਾਨੂੰ, ਤੁਹਾਡੇ ਕੋਲ ਲੋਕ ਆ ਕੇ ਖਾ ਜਾਂਦੇ ਨੇ। ਅਤੇ ਖਾਣਾ ਖਾ ਲਿਆ ਜਨਾਬ, ਸ਼ੁਕਰ ਅੱਲਾਹ ਪਾਕ ਦੀ ਜ਼ਾਤ ਦਾ। ਉਹ ਹੁਣ ਚਲੇ ਗਏ ਨੇ ਕੰਮ ਕਰਨ, ਅਸੀਂ ਉੱਥੋਂ ਨਿਕਲ ਕੇ ਇੱਧਰ ਆ ਗਏ ਹਾਂ, ਅਤੇ ਉਹ ਜਗ੍ਹਾ ਦਾ ਨਾ ਖਾਣਾ ਇਹ ਜਗ੍ਹਾ 'ਤੇ ਖਾਣਾ ਸੀਗਾ ਮਸਜਿਦ ਪਰਲੀ ਸਾਈਡ 'ਤੇ ਨਾ, ਉੱਥੋਂ ਖਾਣਾ ਛਾਣਾ ਖਾ ਕੇ ਅਤੇ ਆਪਾਂ ਪਾਰਕਿੰਗ 'ਚ ਆ ਗਏ ਹਾਂ, ਅਤੇ ਉਹ ਪਰਲੀ ਸਾਈਡ 'ਤੇ ਨਿਕਲ ਗਏ ਨੇ। ਹੁਣ ਕੰਮ ਕਰਕੇ ਆਉਂਦੇ ਨੇ, ਫਿਰ ਅਸੀਂ ਇੱਥੋਂ ਨਿਕਲਾਂਗੇ। ਠੀਕ ਹੈ, ਨਾ ਰਿਓ, ਮਿਲ ਤੁਹਾਨੂੰ ਅਸੀਂ ਆਪਣੇ ਅਗਲੇ ਪਾਰਟ 'ਚ। ਲਓ ਸਰਕਾਰ, ਜਿੰਨੇ ਵੀ ਭਰਤੀ ਹੋਏ ਨੇ ਐਸ ਆਪਣਾ ਡਰਾਈਵਿੰਗ ਦੇ ਵਿੱਚ ਗ੍ਰੀਨ ਬੱਸਿਸ, ਸਾਰੇ ਸਿਫਾਰਸ਼ੀ। ਇਹ ਯੂ ਟਰਨ ਲੈਣਾ ਸੀ ਬੰਦੇ ਨੇ, ਤੇ ਯੂ ਟਰਨ ਲੈਣ ਲੱਗਿਆ
ਸਾਰੀ ਟ੍ਰੈਫਿਕ ਜਾਮ ਕਰਤੀ ਹੈ, ਤੇ ਕੋਈ ਗੱਡੀ ਨਾ ਬੈਕ ਹੋ ਰਹੀ ਹੈ ਤੇ ਨਾ ਅੱਗੇ ਨੂੰ ਹੋ ਰਹੀ ਹੈ। ਬੰਦਿਆ ਖੁਦਾ ਦਿਆ, ਤੂੰ ਉੱਤੋਂ ਰੱਖ ਕੇ ਗੱਡੀ ਕੱਟ ਕਰ, ਯੂ ਟਰਨ ਲੈ, ਤੈਨੂੰ ਨਹੀਂ ਪਤਾ ਆਪਣੀ ਤੇਰੀ ਗੱਡੀ ਦੀ ਲੈਂਥ ਕਿੰਨੀ ਹੈ। ਇੱਥੇ ਸਾਰੀ ਟ੍ਰੈਫਿਕ ਜਾਮ ਕਰਤੀ ਇਹਨੇ ਸਰਗੋਧਾ ਰੋਡ ਤੇ। ਦੇਖੋ ਐਡੇ ਜਾਹਲ ਭਰਤੀ ਕੀਤੇ ਨੇ, ਪਤਾ ਨਹੀਂ 4 ਜਮਾਤਾਂ ਵੀ ਪੜ੍ਹੇ ਕਿ ਨਹੀਂ ਪੜ੍ਹੇ, ਉੱਦਾਂ ਹੀ ਲਿਆ ਕੇ ਗੱਡੀਆਂ ਤੇ ਬਹਾਤੇ ਨੇ, ਸਿਫਾਰਸ਼ਾਂ ਕਰਕੇ ਟੋਪੀਆਂ ਪਵਾਤੀਆਂ, ਵਰਦੀਆਂ ਪਵਾਤੀਆਂ। ਲਓ ਵੀ ਤੁਸੀਂ ਲੋਕਾਂ ਨੂੰ ਜਾ ਕੇ ਇੱਥੇ ਜਾ ਸਿੱਖੋ, ਮੁੜ ਕੇ ਜਦੋਂ ਖਰਾਬ ਖਰੂਬ ਹੋ ਜਾਣਗੀਆਂ ਮੁੜ ਕੇ ਆਪਣੀ ਕੋਈ ਹੋਰ ਨੌਕਰੀ ਕਰ ਲਿਓ। ਹੈਂ ਇਹ ਜਾ ਸਿਖਾਉਣ ਨੂੰ ਇੱਥੇ ਰੱਖਦੇ। ਲੋਕਾਂ ਦੇ ਵਿੱਚ ਸਬਰ ਵੀ ਹੈ ਨਹੀਂ ਗਾ। ਹਾਂ ਸਬਰ ਹੁੰਦਾ ਤੇ ਉਹ ਬੰਦਾ ਪਿੱਛੇ ਖਲੋਤਾ ਰਹਿੰਦਾ ਜਿਹੜਾ ਗੱਡੀ ਲੈ ਕੇ ਪਿੱਛੋਂ ਦੀ ਗਿਆ, ਅੱਗੋਂ ਜਾ ਕੇ ਮੋਟਰਸਾਈਕਲ 'ਚ ਮਾਰਤੀਆਂ ਨੇ। ਇਹ ਹੁਣ ਗ੍ਰੀਨ ਬੱਸ ਵਾਲਾ ਇਹਨੂੰ ਪੂਰਾ ਅਕਲ ਹੈਗੀ ਮੈਨੂੰ ਲੱਗਦਾ। ਇਹ ਹੁਣ ਅਗਲੇ ਯੂ ਟਰਨ 'ਤੇ ਚੱਲਾ ਗਿਆ, ਅਗਲੇ ਯੂ ਟਰਨ 'ਤੇ ਯੂ ਟਰਨ ਲੈ ਕੇ ਵਾਪਸ ਆਏਗਾ। ਤੇ ਇਸ ਬੰਦੇ ਨੂੰ ਸਮਝ ਨਹੀਂ ਆਉਂਦੀ ਮੈਂ ਹੁਣ ਕਰਾਂ ਕੀ ਤੇ ਕਰਾਂ ਕਿੱਦਾਂ। ਕਦੀ ਅੱਗੇ ਕਰਦਾ ਤੇ ਕਦੀ ਪਿੱਛੇ ਕਰਦਾ। ਇਹ ਅੱਲਾ ਦੇ ਬੰਦਿਆਂ ਤੋਂ ਉੱਤੋਂ ਰੱਖ ਕੇ ਕੱਟ ਕਰ ਇਹਨੂੰ। ਪਹਿਲੀ ਕੱਟ ਦੇ ਵਿੱਚ ਗੱਡੀ ਯੂ ਟਰਨ ਲੈ ਜਾਂਦੀ ਹੈ, ਜਿੱਡੀ ਮਰਜ਼ੀ ਵੱਡੀ ਹੋਵੇ। ਅਕਲ ਹੋਣੀ ਚਾਹੀਦੀ ਹੈ। ਤੇ ਹੁਣ ਵਿਚਾਰੇ ਨੇ ਜਾ ਕੇ ਐਂਡ ਤੇ ਮਰਾ ਕੇ ਜਾ ਕੇ ਆ ਯੂ ਟਰਨ ਲਿਆ ਤੇ ਅਸੀਂ ਵਿੱਚ ਗੱਡੀ ਦੇ ਵਿੱਚ ਫਸੇ ਬੈਠੇ ਹਾਂ। ਕਿੱਡੇ ਜਾਹਲ ਡਰਾਈਵਰ ਹੈ ਇਹਦੇ ਰੱਖੇ, ਅੱਲਾ ਦੀ ਕਸਮ ਕੋਈ ਹਾਲ ਨਹੀਂ। ਅੱਲਾ ਹੀ ਆ, ਅੱਲਾ ਹੀ ਹਾਫਿਜ਼ ਆ ਪਾਕਿਸਤਾਨ ਦਾ। ਸਰਕਾਰ ਆਫਿਸ ਪਹੁੰਚ ਗਏ, ਉੱਥੇ ਨਹੀਂ ਖਲੋਤੇ ਅਸੀਂ, ਕਿਉਂਕਿ ਉੱਥੇ ਉਹ ਨਾ ਇੱਕ ਪੋਲ ਤੇ ਲੱਗੀਆਂ ਸੀ 3 ਡਿਵਾਈਸਾਂ, 2 ਦਾ ਮੂੰਹ ਐ ਨੂੰ ਸੀ, ਇੱਕ ਦਾ ਐ ਨੂੰ ਸੀਗਾ। ਉਹ ਅਲਾਈਨਮੈਂਟ ਦਾ ਬਣ ਰਿਹਾ ਸੀ ਮਸਲਾ, ਕਿਉਂਕਿ ਅਗਰ ਇੱਕ ਦੀ ਅਲਾਈਨਮੈਂਟ ਸਿੱਧੀ ਕਰੀਏ ਤੇ ਪੋਲ ਲਾਉਣਾ ਪੈਣਾ ਸੀ। ਉਹ ਕਹਿੰਦੇ ਪੋਲ ਨਾ ਲਾਓ। ਫਿਰ ਉਹਨਾਂ ਕਿਹਾ ਜੀ ਅਸੀਂ ਪੋਲ ਮੰਗਾਉਂਦੇ ਹਾਂ ਨਵਾਂ, ਤੇ ਤੁਸੀਂ ਨਾ ਫਿਰ ਸਵੇਰ ਨੂੰ ਆ ਕੇ ਨਾ ਆਪਣੀ ਡਿਵਾਈਸ ਵੱਖਰੀ ਕਰ ਲੈਣਾ। ਹੁਣ ਸਵੇਰ ਨੂੰ ਪੋਲ ਮੰਗਾਉਣਗੇ, ਫਿਰ ਸਾਨੂੰ ਦੱਸਣਗੇ, ਫਿਰ ਦੁਬਾਰਾ ਜਾਣਾ ਪੈਣਾ ਉੱਥੇ, ਦੁਬਾਰਾ ਜਾ ਕੇ ਤੇ ਫਿਰ ਉਹ ਪੋਲ 'ਤੇ ਚੇਂਜ ਕਰਕੇ ਤੇ ਫਿਰ ਆਉਣਾ ਪੈਣਾ। ਤੇ ਹੁਣ ਅਸੀਂ ਆ ਗਏ ਆਪਣੇ ਆਫਿਸ, 5 ਵੱਜ ਗਏ। ਹੁਣ ਬਸ ਥੋੜ੍ਹੇ ਜਿਹਾ ਇੱਥੋਂ ਸਮਾਨ ਲੈਣਾ, ਸਮਾਨ ਲੈ ਕੇ ਤੇ ਫਿਰ ਸਿੱਧੇ ਹੀ ਘਰ ਨੂੰ ਅੱਲਾ ਦੀ ਸਪੁਰਦ। ਤੇ ਕੱਲ੍ਹ ਦਾ ਮੇਰਾ ਖਿਆਲ ਅੱਜ ਮੈਂ ਵਲੋਗ ਕੋਈ ਨਹੀਂ ਪਾਇਆ, ਕਿਉਂਕਿ ਕੱਲ੍ਹ ਤੁਹਾਨੂੰ ਵਲੋਗ ਕੋਈ ਨਹੀਂ ਲੱਭਾ ਹੋਣਾ। ਅੱਜ ਮੈਂ ਵਲੋਗ ਪਾਇਆ ਨਹੀਂ, ਇਸ ਕਰਕੇ ਉਹ ਕੁਛ ਵਲੋਗ ਐਸਾ ਸੀਗਾ ਉਹ ਐਡਿਟ ਕਰਨ ਦਾ ਸਿਆਪਾ ਹੀ ਬਣਿਆ, ਕੋਈ ਸਮਝ ਨਹੀਂ ਆਉਂਦੀ ਕਿਹੜਾ ਪਾਰਟ ਕਿੱਥੇ ਲਾਉਣਾ, ਕਿਹੜਾ ਕਿੱਥੇ ਲਾਉਣਾ। ਉਹ ਇਸ ਕਰਕੇ ਨਾ ਮੈਂ ਵਲੋਗ ਫਿਰ ਅਪਲੋਡ ਹੀ ਨਹੀਂ ਸੀ ਕੀਤਾ ਕੱਲ੍ਹ। ਇਹ ਮਿਲਦੇ ਤੁਹਾਨੂੰ ਅਸੀਂ ਆਪਣੇ ਅਗਲੇ ਪਾਰਟ 'ਚ। ਆਪਣੇ ਹੁਣ ਸਾਡੇ ਆ ਸੱਜਣ ਮਿੱਤਰ ਮਿਲੇ ਆ, ਇਹ ਸਾਡੇ ਖਾਲਿਦ साहब ने, ये मैं हूँ, ये खालिद साहब हैं। और खालिद साहब लिफ्ट कोई नहीं करा रहे हमें, ठीक है। तो ये अच्छी बात नहीं होती सर, लिफ्ट कराना चाहिए बंदे को।